सत श्री अकाल दोस्तों, मैं ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਸਾਊਥ ਆਸਟ੍ਰੇਲੀਆ ਦੀ ਧਰਤੀ ਤੋਂ ਆਪ ਸਭ ਨਾਲ ਮੁਖਾਤਿਬ ਹੋ ਰਿਹਾ ਜੀ। ਮਸਲਾ ਕਿਸਾਨੀ ਦਾ ਭਖਦਾ ਮਸਲਾ ਜੀ, ਬਹੁਤ ਹੀ ਅਹਿਮ ਜਿਹੜਾ ਸਮਾਂ ਆ ਗਿਆ ਜੀ, ਜਿਸ ਦੇ ਵਿੱਚ ਕੱਲੇ ਬੰਦਾ ਜਿਹੜਾ ਫਿਕਰਮੰਦ ਆ। ਸੋ ਇਸ ਫਿਕਰ ਦੇ ਵਿੱਚ ਜੇ ਤੁਸੀਂ ਕਹੋ ਅਸੀਂ ਪ੍ਰਦੇਸ਼ 'ਚ ਬੈਠੇ ਫਿਕਰਮੰਦ ਨਹੀਂ ਹਾਂ ਤਾਂ ਇਹ ਗੱਲ ਅਤਕਥਨੀ ਹੋਵੇਗੀ। ਸਾਨੂੰ ਹਮੇਸ਼ਾ ਹੀ ਆਪਦੇ ਜਿਹੜੇ ਪਿਛੋਕੜ ਦਾ, ਤੁਹਾਡਾ, ਸਾਰੇ ਸਾਡੇ ਦੇਸ਼ ਬੈਠੇ ਵੀਰਾਂ ਦਾ ਸਦਾ ਹੀ ਫਿਕਰ ਰਹਿੰਦਾ, ਅਤੇ ਤਾਂ ਹੀ ਅਸੀਂ ਵੇਲੇ ਸਿਰ ਅਸੀਂ ਇਹਨਾਂ ਮੁੱਦਿਆਂ 'ਤੇ ਬੋਲਦੇ ਰਹਿੰਦੇ ਹਾਂ, ਆਪਦਾ ਪੱਖ ਰੱਖਦੇ ਰਹਿੰਦੇ ਹਾਂ। ਸੋ ਅੱਜ ਮੈਨੂੰ ਲੱਗਿਆ ਵੀ ਮੈਂ ਤੁਹਾਡੇ ਨਾਲ ਕੁਝ ਕੁ ਗੱਲਾਂ ਸਾਂਝੀਆਂ ਕਰਾਂ, ਕਿਉਂਕਿ ਮੈਂ ਇੱਕ ਉਹ ਕਿਸਾਨ ਹਾਂ ਜਿਹਨੇ ਇੰਡੀਆ 'ਚ ਵੀ ਕਿਸਾਨੀ ਕੀਤੀ ਆ ਅਤੇ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਕਿਸਾਨੀ ਕਰ ਰਿਹਾ, ਅਤੇ ਦੋਨੇ ਥਾਵਾਂ ਨੂੰ ਮੈਂ ਕੰਪੇਅਰ ਕਰਕੇ ਦੇਖਦਾ। ਅਤੇ ਦੋਨਾਂ ਥਾਵਾਂ ਨੂੰ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਤਾਂ ਤੁਹਾਨੂੰ ਕਾਫੀ ਗੱਲਾਂ ਹੋਰ ਪਤਾ ਲੱਗਦਾ, ਨਵੀਆਂ ਗੱਲਾਂ ਦਾ ਪਤਾ ਲੱਗਦਾ ਵੀ ਕੀ ਸਿਸਟਮ ਆ, ਕਿੱਥੇ ਚੰਗਾ ਕਿੱਥੇ ਮਾੜਾ, ਕਿਹੜੀ ਚੀਜ਼ ਆਪਾਂ ਅਪਣਾਉਣੀ ਚਾਹੀਦੀ ਹੈ, ਕਿਹੜੀ ਆਪਾਂ ਨੂੰ ਛੱਡਣੀ ਚਾਹੀਦੀ ਆ। ਕਈ ਵਾਰ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ, ਪਰ ਜਦੋਂ ਵਿਚਰਦੇ ਹਾਂ ਅਤੇ ਉਦੋਂ ਪਤਾ ਲੱਗਦਾ ਵੀ ਅਸਲ 'ਚ ਕੀ ਆ। ਆਸਟ੍ਰੇਲੀਆ ਦੀ ਖੇਤੀ ਬਾਰੇ ਮੈਂ ਇੱਥੇ ਆਉਣ ਤੋਂ ਪਹਿਲਾਂ, ਅੱਜ ਤੋਂ 15 ਸਾਲ ਪਹਿਲਾਂ ਮੈਂ ਕਾਫੀ ਕੁਝ ਸੋਚਿਆ ਸੀ, ਕਿਉਂਕਿ ਮੇਰੇ ਰਿਸ਼ਤੇਦਾਰ ਕਾਫੀ ਪੁਰਾਣੇ 40 ਸਾਲ ਤੋਂ ਇੱਥੇ ਖੇਤੀ ਕਰ ਰਹੇ ਸਨ। ਪਰ ਫਿਰ ਵੀ ਜਿੰਨਾ ਕੁ ਨੌਲੇਜ ਸੀ, ਕਈ ਵਾਰੀ ਅਸੀਂ ਅੱਧੀਆਂ ਕੁ ਗੱਲਾਂ ਸੁਣਦੇ ਹਾਂ, ਅੱਧੀਆਂ ਕੁ ਆਪਦੇ ਕੋਲੋਂ ਲਾ ਲੈਂਦੇ ਹਾਂ, ਤਾਂ ਇਹ ਸੁਣਨ ਚਾਹੁੰਦਾ ਸੀ ਵੀ ਆਸਟ੍ਰੇਲੀਆ ਦੀ ਖੇਤੀ ਬੜੀ ਵਧੀਆ। ਜੇਕਰ ਤੁਸੀਂ ਮੰਨ ਲਓ ਖੇਤੀ ਕਰਦੇ ਹੋ ਅਤੇ ਜੇ ਤਾਂ ਫਸਲ ਹੋ ਗਈ ਤਾਂ ਕਹਿੰਦੇ ਤੁਹਾਡੀ, ਜੇ ਫਸਲ ਨਹੀਂ ਹੋਈ ਤਾਂ ਸਰਕਾਰ ਹੈਲਪ ਕਰ ਦਿੰਦੀ ਆ। ਇਹੋ ਜਿਹਾ ਕੁਝ ਦਿਮਾਗ ਦੇ ਵਿੱਚ ਵਸਿਆ ਹੋਇਆ ਸੀ, ਪਰ ਵਹਿਮ ਦੂਰ ਹੋਣੇ ਸ਼ੁਰੂ ਹੋ ਗਏ ਜਦੋਂ ਇੱਥੇ ਆ ਗਏ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ, ਅੰਦਰੂਨੀ ਗੱਲਾਂ ਦਾ ਜੋ ਪਤਾ ਲੱਗਣ ਲੱਗਿਆ, ਅਤੇ ਉਦੋਂ ਬੜੀ ਹੈਰਾਨੀ ਹੋਈ। ਸਭ ਤੋਂ ਵੱਡੀ ਹੈਰਾਨੀ ਮੈਨੂੰ ਉਸ ਦਿਨ ਹੋਈ ਸੀ, ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜਿੰਨਾ ਚਿਕ ਪਤਾ ਨਹੀਂ ਲੱਗਦਾ, ਦੋ ਚੀਜ਼ਾਂ ਜੋ ਤੁਸੀਂ ਦੇਖਦੇ ਨਹੀਂ ਤਾਂ ਚੰਗੀ ਮਾੜੀ ਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਚੰਗੀ ਸੀ। ਅਸੀਂ ਅਕਸਰ ਇੰਡੀਆ ਦੇ ਵਿੱਚ ਜੋ ਰਹਿੰਦੇ ਸੀ ਜਾਂ ਇਹ ਚੀਜ਼ ਅਕਸਰ ਸੁਣਦੇ ਸੀ ਵੀ ਮੰਡੀਆਂ ਦੇ ਵਿੱਚ ਜ਼ਿਮੀਂਦਾਰ ਰੁਲ ਰਿਹਾ, ਮੰਡੀਆਂ ਦੇ ਵਿੱਚ ਜ਼ਿਮੀਂਦਾਰ ਦਾ ਬੁਰਾ ਹਾਲ ਆ, ਉੱਥੇ ਇੱਦਾਂ ਹੋ ਰਿਹਾ, ਫਸਲਾਂ ਨਹੀਂ ਚੱਕੀ ਦੀਆਂ, ਬਹੁਤ ਜਾਣੀ ਕਿ ਅਸੀਂ ਰੋਜ਼ ਇਹੋ ਜਿਹੀਆਂ ਫੋਟੋਆਂ, ਖਬਰਾਂ, ਅਖਬਾਰਾਂ ਸੁਣਦੇ ਸੀ, ਅਤੇ ਸਾਨੂੰ ਇਹ ਲੱਗਦਾ ਸੀ ਵੀ ਬਹੁਤ ਮਾੜਾ ਸਿਸਟਮ ਆ ਜਿਹੜਾ ਸਾਡਾ ਮੰਡੀਕਰਨ ਦਾ ਜਿਹੜਾ ਸਿਸਟਮ ਆ। ਬਸ ਇਹ ਸਮਝ ਲਓ ਵੀ ਸਾਨੂੰ ਇਹੀ ਚੀਜ਼ਾਂ ਦੇਖਣ ਨੂੰ ਮਿਲੀਆਂ ਸੀ ਉਸ ਟਾਈਮ ਤੱਕ, ਅਤੇ ਫਿਰ ਅਸੀਂ ਉਸੇ ਢੰਗ ਨਾਲ ਸੋਚਦੇ ਸੀ। ਪਰ ਜਦੋਂ ਮੈਂ ਇੱਥੇ ਆਸਟ੍ਰੇਲੀਆ ਆਇਆ ਨਾ, ਅਤੇ ਇੱਕ ਦਿਨ ਕੁਦਰਤੀ ਇੱਕ ਪਾਰਲੀਮੈਂਟ ਹਾਊਸ ਦੇ ਵਿੱਚ ਕੋਈ ਫੰਕਸ਼ਨ, ਅਤੇ ਉੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਤਾਂ ਉੱਥੇ ਮੇਰੀ ਇੱਕ ਜਿਹੜੀ ਜ਼ਿਮੀਂਦਾਰੇ ਨਾਲ ਸੰਬੰਧਿਤ ਇੱਕ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਤੇ ਉਹ ਗੱਲਾਂ ਬਾਤਾਂ ਦੌਰਾਨ ਉਹਨਾਂ ਨੇ ਇੱਕ ਗੱਲ ਜਿਹੜੀ ਮੈਨੂੰ ਕਹੀ ਨਾ, ਅਤੇ ਮੈਂ ਬੜਾ ਹੈਰਾਨ ਜਿਹਾ ਹੋਇਆ, ਕਿਉਂਕਿ ਮੇਰੀ ਨਜ਼ਰ 'ਚ ਆਸਟ੍ਰੇਲੀਆ ਬਹੁਤ ਉੱਚਾ ਸੀ ਸਿਸਟਮ ਦੇ ਹਿਸਾਬ ਨਾਲ, ਇੰਡੀਆ ਨੀਵਾਂ ਸੀ, ਅਤੇ ਮੈਨੂੰ ਇਹ ਲੱਗਿਆ ਵੀ ਇਹ ਕੀ ਕਹਿ ਰਹੇ ਆ। ਉਹ MP ਕਹਿੰਦੇ ਯਾਰ ਜਿਹੜਾ ਤੁਹਾਡੇ ਪੰਜਾਬ ਦੇ ਵਿੱਚ ਮੰਡੀਕਰਨ ਸਿਸਟਮ ਆ ਨਾ, ਖਾਸ ਕਰ ਉਹਨਾਂ ਨੇ ਪੰਜਾਬ ਦਾ ਜ਼ਿਕਰ ਕਰਿਆ, ਕਹਿੰਦੇ ਬਾ ਕਮਾਲ ਮੰਡੀਕਰਨ ਸਿਸਟਮ ਆ, ਕਹਿੰਦੇ ਇਹ ਜਿਹਾ ਸਿਸਟਮ ਹੋਣਾ ਚਾਹੀਦਾ। ਅਤੇ ਆਸਟ੍ਰੇਲੀਆ ਦੇ ਮਾਮਲੇ 'ਚ ਉਹਨਾਂ ਨੇ ਬਹੁਤ ਹਲਕੇ ਸ਼ਬਦ ਬੋਲੇ, ਯਾਰ ਕਹਿੰਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਮਾੜਾ ਸਿਸਟਮ ਆ ਮੰਡੀਕਰਨ ਦਾ। ਮੈਨੂੰ ਪਹਿਲੀ ਵਾਰ ਉਸ ਦਿਨ ਸ਼ੌਕ ਲੱਗਿਆ ਸੀ। ਮੈਂ ਕਿਹਾ ਯਾਰ ਅਸੀਂ ਉਸ ਮੰਡੀਕਰਨ ਨੂੰ ਨਿੰਦੇ ਰਹੇ ਹੁਣ ਤੱਕ, ਅਤੇ ਨਿੰਦੀ ਗਏ ਹਾਂ, ਅਤੇ ਇਹ ਤਾਂ ਕਹਿੰਦੇ ਵੀ ਮੰਡੀਕਰਨ ਇੱਥੇ ਮਾੜਾ। ਗੱਲਾਂ MSP ਦੀਆਂ ਤੁਰੀਆਂ, MSP ਦੇ ਮਾਮਲੇ 'ਚ ਵੀ ਉਹਨਾਂ ਨੇ ਕਿਹਾ ਵੀ ਯਾਰ ਦੇਖ ਲਓ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ। ਫਿਰ ਹੌਲੀ ਪੜਤਾਲਣਾ ਸ਼ੁਰੂ ਕੀਤਾ, ਹੌਲੀ ਗੱਲਾਂ ਦਾ ਪਤਾ ਲੱਗਣ ਲੱਗਿਆ, ਤਾਂ ਵਾਕਈ ਮਹਿਸੂਸ ਹੋਇਆ ਵੀ ਕਿਵੇਂ ਮੰਡੀਕਰਨ ਬੋਰਡ, ਕਿਵੇਂ ਏਜੰਸੀਆਂ ਦੀ ਸੈਟਅਪ, ਕਿਵੇਂ ਸਾਰਾ ਕੁਝ ਹੋਣ ਕਾਰਨ ਇੰਡੀਆ ਦੇ ਵਿੱਚ ਮੰਨ ਲੈਂਦੇ ਹਾਂ ਵੀ ਉਸ ਢੰਗ ਨਾਲ ਸਰਕਾਰ ਨੇ ਗਰੋਥ ਤਾਂ ਨਹੀਂ ਹੋਣ ਦਿੱਤੀ ਜ਼ਿਮੀਂਦਾਰ ਦੀ, ਕਿਉਂਕਿ ਜਿਹੜੇ ਗਰੋਥ ਨਾਲ ਦੂਜੀਆਂ ਚੀਜ਼ਾਂ ਦਾ MSP ਵਧੀਆ ਜਾਂ ਉਹਨਾਂ ਦਾ ਜਿਹੜਾ ਪ੍ਰਾਈਸ ਵਧੇ, ਉਸ ਢੰਗ ਜ਼ਿਮੀਂਦਾਰ ਨੂੰ ਕੁਛ ਨਹੀਂ ਮਿਲਿਆ, ਇਹ ਗੱਲ ਤਾਂ ਮੰਨਣੀ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਸਿਕਿਉਰਿਟੀ ਸਿਸਟਮ ਤਾਂ ਸੀਗਾ। ਹੁਣ ਆਸਟ੍ਰੇਲੀਆ ਦੇ ਜੇ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਸੀ। ਫਿਰ ਜਦੋਂ ਮੈਂ ਵਿਚਰਿਆ ਇੱਥੇ, ਤਾਂ ਫਿਰ ਮਹਿਸੂਸ ਹੋਣਾ ਸ਼ੁਰੂ ਹੋਇਆ ਵੀ ਇਹ ਜਿਹੜਾ ਮੰਡੀਕਰਨ ਸਿਸਟਮ ਆ ਉਹਦੇ 'ਚ ਕਿੱਥੇ ਕਮੀਆਂ ਅਤੇ ਕੀ ਆ। ਹੁਣ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਤੁਹਾਡੇ ਨਾਲ ਖਾਸ ਸ਼ੇਅਰ ਕਰਨੀ ਚਾਹੁੰਦਾ, ਅਕਸਰ ਅਸੀਂ ਹੁਣ ਸਾਡੇ ਹਰ ਰੋਜ਼ 5-5 ਮਿੰਟ ਤੋਂ ਬਹੁਤ ਸਾਰੇ ਸਿਆਣੇ ਬੁੱਧੀਜੀਵੀ ਲੋਕ ਜਾਂ ਪੜ੍ਹੇ ਲਿਖੇ ਲੋਕ ਜਾਂ ਇਸ ਬਿੱਲ ਨਾਲ ਜੁੜੇ ਹੋਏ ਲੋਕ ਜਾਂ ਆਮ ਜ਼ਿਮੀਂਦਾਰ ਬੜੀਆਂ ਸੋਹਣੀਆਂ ਜਿਹੜੀਆਂ ਗੱਲਾਂ ਦੀਆਂ ਵੀਡੀਓਜ਼ ਪਾ ਰਹੇ ਆ, ਅਤੇ ਉਹਨਾਂ ਦੇ ਵਿੱਚ ਜਿਹੜਾ ਉਹ ਇੱਕ ਭਵਿੱਖ ਦੀ ਗੱਲ ਕਰਦੇ ਆ, ਭਵਿੱਖ 'ਚ ਵੀ ਕੀ ਹੋਊਗਾ।
ਤੇ ਜਿਹੜੇ ਕੁਝ ਕੁ ਲੋਕ ਬਿੱਲ ਪੱਖੀ ਆ ਜਾਂ ਹੋਰ ਉਹ ਕਹਿ ਰਹੇ ਇਹ ਤਾਂ ਅੰਦਾਜ਼ੇ ਆ ਜੀ, ਇਦਾਂ ਨਹੀਂ ਹੁੰਦਾ ਜੀ, ਇਦਾਂ ਨਹੀਂ ਹੁੰਦਾ, ਇਹ ਤਾਂ ਐਵੇਂ ਮੂਰਖ ਬਣਾ ਰਹੇ ਆ ਤੁਹਾਨੂੰ, ਕਿਸਾਨ ਲੀਡਰ ਉੱਠ ਰਹੇ ਆ ਜੀ, ਫਲਾਣੇ ਲੀਡਰ ਉੱਠ ਰਹੇ ਆ। ਦੇਖੋ ਮੈਂ ਲੀਡਰਾਂ ਨੂੰ ਇੱਥੇ ਪਾਸੇ ਛੱਡਦਾ, ਲੀਡਰ ਕੋਈ ਵੀ ਨਹੀਂ ਚੰਗਾ, ਕਿਸੇ ਪਾਰਟੀ ਨਾਲ ਮੈਂ ਸਮਰਥਨ ਨਹੀਂ ਕਰਦਾ ਇਸ ਮਾਮਲੇ 'ਚ, ਕੋਈ ਨਹੀਂ ਚੰਗੇ, ਸਭ ਆਪਦੀਆਂ ਰੋਟੀਆਂ ਸੇਕਣਗੇ। ਪਰ ਅੱਜ ਇੱਕ ਵੱਖਰੇ ਲੀਡਰ ਉੱਠੇ ਆ, ਅੱਜ ਸਾਡੇ ਪਿੰਡਾਂ 'ਚੋਂ ਲੀਡਰ ਉੱਠੇ ਆ, ਸਾਡੇ ਜ਼ਿਮੀਂਦਾਰ ਅੰਦਰੋਂ ਬੋਲ ਰਹੇ ਆ, ਚਾਹੇ ਉਹਨਾਂ ਨੂੰ ਹੋ ਸਕਦਾ ਗਿਆਨ ਦੀ ਘਾਟ ਹੋਵੇ, ਉਸ ਲੈਵਲ ਦਾ ਗਿਆਨ ਨਾ ਹੋਵੇ। ਮੇਰੇ ਹਿਸਾਬ ਨਾਲ ਤਾਂ ਗਿਆਨ ਨਹੀਂ, ਉਹਨਾਂ ਨੂੰ ਮੂਰਖ ਨਹੀਂ ਬਣਾਉਣਾ ਆਊਗਾ, ਉਹ ਦਿਲੋਂ ਬੋਲਣਗੇ, ਸੱਚੇ ਬੋਲਦੇ ਆ। ਬਹੁਤ ਸਾਰੀਆਂ ਅਸੀਂ ਪਿੰਡਾਂ ਦੀਆਂ ਅਨਾਊਂਸਮੈਂਟਾਂ ਦੀਆਂ ਵੀਡੀਓ ਸੁਣ ਰਹੇ ਹਾਂ ਤੇ ਕਿੰਨੀਆਂ ਦਿਲੋਂ ਉਹਨਾਂ ਦੀਆਂ ਗੱਲਾਂ ਆ ਰਹੀਆਂ। ਸੋ ਉਹਨਾਂ ਲੋਕਾਂ ਦੇ ਕੋਲ ਇੱਕੋ ਹੀ ਕਮੀ ਆ ਜਿਹੜੀ ਉਹ ਕਹਿੰਦੇ ਆ ਨਾ, ਉਹਨਾਂ ਦੀ ਗੱਲ ਨੂੰ ਅੰਦਾਜ਼ੇ ਕਿਹਾ ਜਾਂਦਾ ਵੀ ਇੱਦਾਂ ਨਹੀਂ ਹੁੰਦਾ ਕੁਝ ਵੀ, ਜਿਵੇਂ ਤੁਸੀਂ ਸਮਝਦੇ ਜੇ ਇਹ ਚੀਜ਼ ਇਹ ਬਿੱਲ ਆ ਗਿਆ। ਪਰ ਮੈਂ ਇੱਥੇ ਅੰਦਾਜ਼ੇ ਨਹੀਂ ਲਾ ਰਿਹਾ, ਕਿਉਂਕਿ ਮੈਂ ਇਸ ਸਿਸਟਮ 'ਚ ਜਿਉਂ ਰਿਹਾ। ਇਸ ਸਿਸਟਮ ਦੇ ਵਿੱਚ, ਆਸਟ੍ਰੇਲੀਅਨ ਸਿਸਟਮ ਦੇ ਵਿੱਚ ਜੋ ਆਰਡੀਨੈਂਸ ਅੱਜ ਆ ਰਿਹਾ ਉਹ ਆਲਰੇਡੀ ਇੱਥੇ ਆਸਟ੍ਰੇਲੀਆ 'ਚ ਹੈਗਾ। ਤੇ ਉਹਦੇ ਕਾਰਨ ਜਦੋਂ ਆਸਟ੍ਰੇਲੀਆ ਦੇ ਦੋ ਜ਼ਿਮੀਂਦਾਰ ਇਕੱਠੇ ਹੋ ਕੇ ਬਹਿੰਦੇ ਆ ਨਾ, ਤੇ ਉਹ ਸਰਕਾਰਾਂ ਨੂੰ ਵੀ ਭੰਡਦੇ ਆ ਤੇ ਸਿਸਟਮ ਨੂੰ ਭੰਡਦੇ ਆ, ਇਸ ਮੰਡੀਕਰਨ ਨੂੰ ਵੀ ਭੰਡਦੇ ਆ। ਹੁਣ ਸਾਡੇ ਨਾਲ ਕੀ ਬੀਤਦੀ ਆ, ਸਾਡੇ ਸੰਤਰੇ ਖੜੇ ਆ, ਸਾਡੇ ਅੰਗੂਰ ਖੜੇ ਆ, ਇਹਨਾਂ ਸਾਰਿਆਂ ਦਾ ਸਾਡੀ ਕੰਟਰੈਕਟ ਫਾਰਮਿੰਗ ਆ, ਸਾਡੇ ਨਾਲ ਕੰਟਰੈਕਟ ਹੋਏ ਆ ਕੰਪਨੀਆਂ ਦੇ, ਵੱਡੀਆਂ ਕੰਪਨੀਆਂ ਦੇ ਕੰਟਰੈਕਟ ਹੋਏ ਆ। ਕੰਪਨੀਆਂ ਕੀ ਕਰਦੀਆਂ, ਉਹੀ ਜਿਹੜਾ ਅਗਲਾ ਐਗਰੀਮੈਂਟ ਇੰਡੀਆ 'ਚ ਕਰੂਗਾ। ਉਹ ਜੇ ਤਾਂ ਕੁਛ ਚੰਗਾ ਹੋਊਗਾ ਮਾਰਕੀਟ 'ਚ ਤਾਂ ਕੰਪਨੀਆਂ, ਜੇ ਕੁਛ ਮਾੜਾ ਤਾਂ ਉਹ ਜ਼ਿਮੀਂਦਾਰ ਦਾ। ਉਦਾਹਰਨ ਦੇ ਤੌਰ 'ਤੇ ਦੱਸ ਦਿਓ, ਪਿੱਛੇ ਜੇ ਅੰਗੂਰਾਂ ਦੀ ਜਿਹੜੀ ਪੈਦਾਵਾਰ ਵੱਧ ਗਈ ਤਾਂ ਕੰਪਨੀ ਨੇ, ਇੱਥੇ ਇੱਕ ਬਹੁਤ ਵੱਡੀ ਕੰਪਨੀ ਆ ਜੀ CCW, ਜਿਹੜੀ ਕਿ ਕੰਟਰੈਕਟਡ ਆ। ਜਦੋਂ ਅਸੀਂ ਕੋਈ ਬਲੌਕ ਖਰੀਦਦੇ ਹਾਂ, ਅੰਗੂਰ ਖਰੀਦਦੇ ਹਾਂ, ਖੇਤ ਖਰੀਦਦੇ ਹਾਂ, ਤਾਂ ਅਸੀਂ ਦੇਖਦੇ ਹਾਂ ਵੀ ਉਹਦਾ ਕੰਟਰੈਕਟ ਕਿਹੜੀ ਕੰਪਨੀ ਨਾਲ ਆ। ਥੋੜ੍ਹੀ ਜਿਹੀ ਚੰਗੀ ਕੰਪਨੀ ਆ, ਦੂਜੀਆਂ ਨਾਲੋਂ ਵੱਡੀ ਆ, ਥੋੜ੍ਹੀ ਜਿਹੀ ਕੇਅਰ ਕਰਦੀ ਹੈ ਜ਼ਿਮੀਂਦਾਰ ਦੀ। ਸੋ ਕਹਿ ਸਕਦੇ ਹਾਂ ਵੀ ਅੰਨੋਂ ਮੇ ਕਾਣਾ ਰਾਜਾ, ਅਸੀਂ ਉਹਨੂੰ ਚੁਣ ਲੈਂਦੇ ਹਾਂ। ਪਰ CCW ਵੀ ਕੀ ਲਿਖਦੀ ਆ ਵੀ ਅਸੀਂ 1 ਏਕੜ ਦੇ ਇੰਨੇ ਅੰਗੂਰ ਚੱਕਾਂਗੇ। ਮੰਨ ਲਓ 1 ਏਕੜ ਦੇ ਉਹਨਾਂ ਨੇ ਕਹਿਤਾ ਵੀ ਅਸੀਂ 8 ਟਨ ਅੰਗੂਰ ਚੱਕਾਂਗੇ। ਪਰ ਹੁਣ ਸਾਡਾ ਜਿਹੜਾ ਪੰਜਾਬੀ ਜ਼ਿਮੀਂਦਾਰ ਆ ਖਾਸ ਕਰਕੇ, ਉਹ ਪਰ ਏਕੜ ਜਿਹੜੀ ਪੈਦਾਵਾਰ ਲੈਣ 'ਚ ਬਹੁਤ ਅੱਗੇ ਆ, 12, 15, 14 ਟਨ ਤੱਕ ਅੰਗੂਰ ਉਹ ਲੈ ਲੈਂਦਾ। ਹੁਣ ਜਦੋਂ ਕੰਟਰੈਕਟ ਦੇ ਵਿੱਚ ਲਿਖਿਆ ਗਿਆ ਵੀ ਅਸੀਂ 8 ਟਨ ਚੱਕਾਂਗੇ, ਤਾਂ ਜਿਹੜੇ ਉਤਲੇ ਅੰਗੂਰ ਆ ਉਹਨਾਂ ਦੀ ਮਰਜ਼ੀ ਆ ਚੱਕਣ ਨਾ ਚੱਕਣ। ਤੇ ਕੁਝ ਵਾਪਰਿਆ ਪਿੱਛੇ ਜੇ ਇਹਨਾਂ ਕੋਲ ਐਕਸੈਸ ਹੋ ਗਈ ਵਾਈਨ ਦੀ, ਤਾਂ ਉਹਨਾਂ ਨੇ ਕੀ ਕੀਤਾ, ਉੱਥੇ ਹੀ ਛੱਡਤਾ। ਕਹਿੰਦੇ ਜੀ ਅਸੀਂ 8 ਟਨ ਦੇ ਹਿਸਾਬ ਨਾਲ ਲੈਣੇ ਆ, ਬਾਕੀ ਨਹੀਂ ਅਸੀਂ ਤੋੜਨੇ। ਹੁਣ ਬਾਕੀ ਤੁਸੀਂ ਕਿਸੇ ਹੋਰ ਨੂੰ ਵੀ ਨਹੀਂ ਵੇਚ ਸਕਦੇ, ਕਿਉਂਕਿ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਵੇਚ ਨਹੀਂ ਸਕਦੇ। ਫਿਰ ਕੀ ਕੀਤਾ ਅਸੀਂ ਉਹ ਅੰਗੂਰ ਤੜਵਾ ਕੇ, ਸਾਨੂੰ ਹੁਕਮ ਹੋ ਗਿਆ ਵੀ ਇੰਨੀ ਤਰੀਕ ਤੱਕ ਅੰਗੂਰ ਤੋੜ ਕੇ ਸਿੱਟ ਦਿਓ ਥੱਲੇ। ਹੁਣ ਜਿਹੜੀ ਅੰਗੂਰ ਦੀ ਤੜਵਾਈ ਦੀ ਮਸ਼ੀਨ ਆ ਉਹ ਤਾਂ ਪੈਸੇ ਲੈਂਦੀ ਆ। ਹੁਣ ਉਸ ਜ਼ਿਮੀਂਦਾਰ 'ਤੇ ਦੇਖੋ ਕੀ ਬੀਤ ਰਹੀ ਸੀ, ਜਿਹੜਾ ਜ਼ਿਮੀਂਦਾਰ ਨੇ ਸਾਲ ਭਰ ਦੇ ਵਿੱਚ ਅੰਗੂਰ ਪੈਦਾ ਕੀਤੇ, ਉਹਨਾਂ 'ਚੋਂ ਕੁਛ ਹਿੱਸਾ ਇੱਕ ਕੰਟਰੈਕਟ ਕੰਪਨੀ ਨੇ ਲੈ ਲਿਆ, ਬਾਕੀ ਹਿੱਸਾ ਜ਼ਿਮੀਂਦਾਰ ਜੇਬ 'ਚੋਂ ਪੈਸੇ ਲਾ ਕੇ ਤੜਵਾ ਕੇ ਜ਼ਮੀਨ 'ਚ ਸਿੱਟ ਰਿਹਾ ਤੇ ਦਿਲ ਨੂੰ ਦਿਲਾਸੇ ਦੇ ਰਿਹਾ, ਖਾਦ ਪੈ ਜੂ ਇਹਦੀ, ਅਗਲੇ ਵਾਰ ਨੂੰ ਖਾਦ ਦਾ ਕੰਮ ਦੇਊ। ਯਾਰ ਤੁਸੀਂ ਮੇਰੀਆਂ ਭਾਵਨਾਵਾਂ ਸਮਝ ਸਕਦੇ ਹੋ ਵੀ ਉਹ ਅੰਗੂਰ ਜਿਹੜੇ ਰੋਲ ਰਹੇ ਸੀਗੇ ਥੱਲੇ, ਉਹ ਕੋਈ ਖਾਦ ਨਹੀਂ ਸੀ, ਉਹ ਖੂਨ ਸੀ ਜੱਟ ਦਾ, ਮਿਹਨਤ ਸੀ, ਪਸੀਨਾ ਸੀ। ਇਹ ਮੈਂ ਆਪਦੇ ਅੱਖੀਂ ਦੇਖੀ ਹੋਈ ਆ ਗੱਲ। ਸੇਮ ਹੁਣ ਸੰਤਰਿਆਂ ਦੇ ਵਿੱਚ ਆ, ਅੱਜ ਸੰਤਰੇ ਦੀ ਸ਼ਾਰਟੇਜ ਚੱਲ ਰਹੀ ਆ ਹਰ ਪਾਸੇ, ਕਿਉਂਕਿ ਲੋਕਾਂ ਨੇ ਕੋਵਿਡ ਕਰਕੇ ਵਿਟਾਮਿਨ C ਲੈਣ ਦੀ ਗੱਲ ਕੀਤੀ ਆ, ਤਾਂ ਸੰਤਰੇ ਦਾ ਮਾਰਕੀਟ ਦੇ ਵਿੱਚ ਟੌਪ 'ਤੇ ਆ ਗਿਆ। ਸੋ ਅੱਜ ਉਹੀ ਕੰਪਨੀਆਂ ਸਾਡੇ ਕੋਲੇ ਗੇੜੇ ਕੱਢਦੀਆਂ ਵੀ ਦੱਸੋ ਜੀ ਦੱਸੋ, ਇਹਦਾ ਕੀ ਲੈਣਾ, ਇਹਦਾ ਕੀ ਲੈਣਾ। ਜਿਨ੍ਹਾਂ ਕੋਲੇ ਸਾਡੇ ਦਾ ਕੰਟਰੈਕਟ ਆ ਤਾਂ ਅਸੀਂ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ। ਪਰ ਇੱਕ ਸਮਾਂ ਸੀ ਗਰਮੀ ਦਾ ਸੰਤਰਾ ਵੈਲੈਂਸੀਆ ਉਹਨੂੰ ਕਹਿੰਦੇ ਆ ਜਿੱਥੇ, ਉਹ ਵੈਲੈਂਸੀਆ ਦੀ ਜਿਹੜੀ ਤੜਵਾਈ ਆ ਉਹ $25 ਬਿੰਨਦੇ ਸੀ ਉਸ ਟਾਈਮ 'ਚ। ਸੋ ਮੀਨਸ 450 ਕਿਲੋ ਦੇ $25 ਤੇ 1 ਟਨ ਦੇ ਸਾਡੇ ਲੱਗਦੇ ਸੀ $60 ਤੜਵਾਈ। ਤੇ ਉਹ ਟਨ ਪਤਾ ਕਿੰਨੇ ਦਾ ਵਿਕਦਾ ਸੀ, $50 ਦਾ, ਕਿਉਂਕਿ ਕੰਟਰੈਕਟ ਸੀ। ਕੰਪਨੀਆਂ ਦਾ ਪ੍ਰਾਈਸ 'ਚ ਕੰਟਰੈਕਟ ਨਹੀਂ ਕਰਦੀਆਂ, ਪ੍ਰਾਈਸ 'ਚ ਤਾਂ ਮਿਨੀਮਮ ਰੱਖ ਲੈਂਦੀਆਂ। ਕਹਿੰਦੇ ਜੀ ਅਸੀਂ ਤਾਂ ਚੱਕ ਲਿਆ ਇੰਨਾ ਥੋੜ੍ਹਾ। ਹੁਣ ਤੁਸੀਂ ਸਾਲ ਭਰ ਫਸਲ ਕੱਢ ਕੇ ਸਾਲ ਭਰ ਬਾਅਦ ਜੇ ਤੁਹਾਡੀ ਕੋਈ ਕੰਪਨੀ ਤੁਹਾਡੇ ਨਾਲ ਐਂ ਕਰੇ ਤਾਂ ਤੁਸੀਂ ਕੀ ਕਰੋਗੇ। ਹੁਣ ਇੱਕ ਹੋਰ ਪੱਖ ਵਿਚਾਰਦੇ ਹਾਂ ਜੀ ਮੈਂ ਇੱਥੇ। ਅਗਲਾ ਪੱਖ ਹੈ ਜੀ, ਵੱਡੀਆਂ ਕੰਪਨੀਆਂ ਜਦੋਂ ਆ ਜਾਂਦੀਆਂ ਤੇ ਛੋਟਿਆਂ ਨੂੰ ਨਿਗਲਣ ਲੱਗ ਜਾਂਦੀਆਂ, ਵੱਡੀਆਂ ਮੱਛੀਆਂ ਛੋਟਿਆਂ ਨੂੰ ਖਾਂਦੀਆਂ। ਜਿਵੇਂ ਉਹ ਅੱਜ ਉਹ ਦੌਰ ਆਸਟ੍ਰੇਲੀਆ 'ਚ ਫੇਰ ਚੱਲ ਰਿਹਾ। ਹੁਣ ਆਸਟ੍ਰੇਲੀਆ ਦੇ ਵਿੱਚ ਵੱਡੀਆਂ ਕੰਪਨੀਆਂ ਪੈਸੇ ਇਨਵੈਸਟ ਕਰ ਰਹੀਆਂ। ਤੁਸੀਂ ਹੈਰਾਨ ਹੋਵੋਗੇ ਵੀ ਸੁਪਰ ਐਨੂਏਸ਼ਨ ਫੰਡ ਹੁੰਦਾ, ਅਸੀਂ ਸਾਡੀ ਜੋਬ ਜਿਹੜੇ ਵੀ ਲੋਕ ਕਰਦੇ ਆ ਉਹਨਾਂ ਤੋਂ ਸੁਪਰ ਕੱਟਿਆ ਜਾਂਦਾ, ਸਰਕਾਰ ਉਹਨੂੰ ਤੁਹਾਡੀ ਜਿਹੜੀ ਬੁਢਾਪੇ ਵੇਲੇ ਤੁਹਾਨੂੰ ਉਹ ਦੇ ਦਿੰਦੀ ਆ।
ਉਹ ਪੈਸੇ ਫਿਰ ਜਿਹੜੀਆਂ ਸੁਪਰ ਇਨੋਵੇਸ਼ਨ ਫੰਡ ਦੀਆਂ ਕੰਪਨੀਆਂ ਦੀਆਂ ਉਹ ਕਿਤੇ ਇਨਵੈਸਟ ਕਰਦੀਆਂ। ਕੈਨੇਡਾ ਦੀ ਇੱਕ ਸੁਪਰ ਇਨੋਵੇਸ਼ਨ ਕੰਪਨੀ ਜਿਹੜੀ ਕੈਨੇਡਾ ਦੇ ਨਾਗਰਿਕਾਂ ਦਾ ਪੈਸਾ ਲੈਂਦੀ ਆ, ਉਹਨੇ ਸਾਡੇ ਇੱਥੋਂ ਮੇਰੇ ਤੋਂ 30 ਕਿਲੋਮੀਟਰ 'ਤੇ ਇਨਵੈਸਟਮੈਂਟ ਕੀਤੀ ਆ, ਬਦਾਮਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਆ। ਹਜ਼ਾਰਾਂ ਏਕੜ ਬਦਾਮ ਉਹਨਾਂ ਨੇ ਲਾਉਣਾ ਸ਼ੁਰੂ ਕਰਤਾ। ਹੁਣ ਜਦੋਂ ਬਦਾਮ ਲੱਗ ਰਿਹਾ ਤਾਂ ਉਹਦੇ ਲਈ ਪਾਣੀ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਪਾਣੀ ਲਿਮਟਿਡ ਆ। ਜਿਹੜੇ ਛੋਟੇ ਜ਼ਿਮੀਂਦਾਰਾਂ ਕੋਲੇ ਪਾਣੀ ਸੀ ਉਹ ਹੌਲੀ ਕਰਕੇ ਸਰਕਾਰਾਂ ਵਾਪਸ ਲੈ ਰਹੀਆਂ, ਲਾਲਚ ਦੇ ਕੇ ਕਿਸੇ ਨਾ ਕਿਸੇ ਇੱਦਾਂ ਹੀ ਕੋਈ ਆਰਡੀਨੈਂਸ ਲਿਆ ਕੇ, ਤੇ ਵੱਡੀਆਂ ਕੰਪਨੀਆਂ ਨੂੰ ਦੇ ਰਹੀ ਆ, ਤੇ ਛੋਟਾ ਜ਼ਿਮੀਂਦਾਰ ਸੁੰਗੜਦਾ ਜਾ ਰਿਹਾ। ਉਹਨਾਂ ਦੇ ਉੱਤੇ ਪ੍ਰੈਸ਼ਰ ਆ ਰਿਹਾ, ਦਿਨ ਬ ਦਿਨ ਪ੍ਰੈਸ਼ਰ ਆ ਰਿਹਾ। ਹੁਣ ਸਰਕਾਰਾਂ ਨੇ ਚਲਾਕੀਆਂ ਕਿੱਥੇ ਕਰਦੀਆਂ, ਸਾਰੇ ਕਿਤੇ ਉਹੀ ਹਾਲ ਆ। ਇਮਾਨਦਾਰੀ ਹੈਗੀ ਆਸਟ੍ਰੇਲੀਆ 'ਚ, ਪੋਲਿਟਿਕਸ ਦੇ ਵਿੱਚ ਇੰਨਾ ਜਾਣੀ ਕਿ ਗੰਦ ਨਹੀਂ ਜਿੱਦਾਂ ਇੰਡੀਆ ਦੇ ਵਿੱਚ ਆ, ਪਰ ਫਿਰ ਵੀ ਜਿਹੜਾ ਸੋਚਦੇ ਆ ਉਹ ਵੱਡੇ ਘਰਾਣਿਆਂ ਲਈ ਸੋਚਦੇ ਆ, ਕੋਆਪਰੇਟਿਵ ਲੋਕਾਂ ਲਈ ਸੋਚਦੇ ਆ। ਉਹਨਾਂ ਨੇ ਪਾਣੀ ਦੇ ਸਿਸਟਮ ਦੇਖੋ, ਅੱਜ ਤੋਂ 5-6 ਸਾਲ ਪਹਿਲਾਂ ਇੱਕ ਪਾਲਿਸੀ ਲੈ ਕੇ ਆਈ ਗੌਰਮੈਂਟ, ਮੈਨੂੰ ਕਹਿੰਦੀ ਵੀ ਤੂੰ ਖੇਤੀ ਕਰਦਾ ਇੱਥੇ ਨਾ, ਤੇਰੀ ਜ਼ਮੀਨ ਵੀ ਤੇਰੀ, ਘਰ-ਬਾਰ ਮਸ਼ੀਨਰੀ ਵੀ ਤੇਰੀ, ਪਰ ਤੂੰ ਆ ਬਾਗ ਪੱਟ ਦੇ, ਇਹ ਬਾਗ ਪੱਟਣ ਦਾ ਤੈਨੂੰ $1.5 ਲੱਖ ਦਿੰਨੇ ਆ, ਗਿਫਟ ਦਿੰਨੇ ਆ। ਮੇਰੇ ਵਰਗਾ ਚੱਕਰਾਂ 'ਚ ਪੈ ਗਿਆ ਯਾਰ ਵੀ $1.5 ਲੱਖ ਆਉਂਦਾ, ਕਿਤੇ ਆਪਾਂ ਸਿਟੀ 'ਚ ਘਰ ਲਵਾਂਗੇ ਇਹਦਾ, ਤੇ ਵਧੀਆ ਕੋਈ ਹੋਰ ਕੰਮ ਕਰ ਲਾਂਗੇ, ਜੋਬ ਹੋਰ ਕਰ ਲਾਂਗੇ। ਤੇ ਜਿਹੜਾ ਇਹਦਾ 'ਚ ਪਾਣੀ ਸੀ, ਜਿੰਨਾ ਮੇਰੇ ਕੋਲ ਲਾਇਸੈਂਸ ਸੀ, ਉਹ ਤੂੰ ਗੌਰਮੈਂਟ ਨੂੰ ਵਾਪਸ ਕਰ ਦੇ ਲਾਇਸੈਂਸ, ਪੈਸੇ ਲੈ ਲਾ ਉਹਦਾ ਲਾਲਚ ਦਿੱਤਾ। ਤਾਂ ਬਹੁਤ ਸਾਰੇ ਲੋਕਾਂ ਨੇ ਕੀਤਾ, ਬਹੁਤ ਸਾਰੇ ਲੋਕਾਂ ਨੇ ਆਪਣੇ ਬਾਗ ਪੱਟ ਕੇ $1.5 ਲੱਖ ਲੈ ਗਿਆ, ਜਿਹੜੀ ਕਿ ਸਾਨੂੰ ਬੁਰਕੀ ਪਾਤੀ ਜਿਹਨੂੰ ਕਹਾਂਗੇ, ਤੇ ਉਹ ਬੁਰਕੀ ਨਾਲ ਬਹੁਤ ਸਾਰਾ ਜ਼ਿਮੀਂਦਾਰੀ 'ਚੋਂ ਬਾਹਰ ਨਿਕਲ ਗਿਆ। ਹੁਣ ਜਦੋਂ ਇੰਨਾ ਜ਼ਿਮੀਂਦਾਰਾ ਬਾਹਰ ਨਿਕਲ ਗਿਆ, ਇਹ ਤਾਂ ਹੈ ਨਹੀਂ ਵੀ ਉਹ ਖੇਤੀ ਬੰਦ ਕਰਤੀ, ਉਹਨਾਂ ਨੇ ਉਹ ਕੋਆਪਰੇਟਿਵ ਅਦਾਰਿਆਂ ਨੂੰ ਦਿੱਤਾ। ਉਹ ਜ਼ਮੀਨਾਂ, ਚਲੋ ਜ਼ਮੀਨਾਂ ਤਾਂ ਇੱਥੇ ਖੁੱਲ੍ਹੀਆਂ ਪਈਆਂ, ਉਹਨਾਂ ਨੇ ਲੈ ਰੱਖੀਆਂ, ਉਹਦੇ ਸੋਰਸਿਸ ਪਾਣੀ ਹੋਰ ਜਿਹੜਾ ਛੋਟਿਆਂ ਤੋਂ ਲੈ ਕੇ ਵੱਡਿਆਂ ਨੂੰ ਦਿੱਤੇ। ਤੇ ਵੱਡੇ ਅੱਜ ਕੀ ਆ, ਉਹਨਾਂ ਦੀ ਮੋਨੋਪਲੀ ਆ, ਉਹ ਆਪਦੀ ਮੋਨੋਪਲੀ ਦੇ ਹਿਸਾਬ ਨਾਲ ਹੀ ਕੰਮ ਕਰਨਗੇ, ਤੇ ਉਹਨਾਂ ਨੇ ਪਹਿਲਾਂ ਵੀ ਕੀਤਾ ਤੇ ਗਾਂ ਵੀ ਕਰਨਗੇ। ਹੁਣ ਇਹਦੇ 'ਚ ਕੀ ਹੋ ਰਿਹਾ, ਜਿਹੜਾ ਲਾਲਚ 'ਚ ਅਸੀਂ ਫਸ ਕੇ, ਜਾਂ ਮੰਨ ਲਓ ਵੀ ਸਾਨੂੰ 1 ਰੁਪਏ ਦੇ 5 ਰੁਪਏ ਦੇ ਕੇ ਇੱਕ ਵਾਰੀ ਸਾਨੂੰ ਸਦਾ ਲਈ ਉਹ ਸਾਡੀ ਰੋਟੀ ਖੋ ਰਹੇ ਆ। ਇਹਨੂੰ ਕਹਿੰਦੇ ਆ ਵੀ ਆਂਡੇ ਖਾਣੇ ਜਾਂ ਮੁਰਗੀ ਖਾਣੀ ਵਾਲਾ ਜਿਹੜਾ ਫਾਰਮੂਲਾ ਇੱਥੇ ਚੱਲਦਾ, ਸਾਨੂੰ ਸਿੱਧੀ ਮੁਰਗੀ ਪਰੋਸ ਦਿੰਦੇ ਆ ਤੇ ਅਸੀਂ ਆਂਡੇ ਭੁੱਲ ਜਾਂਦੇ ਆ। ਸੋ ਉਹ ਚੀਜ਼ ਹੁਣ ਇੰਡੀਆ ਦੇ ਵਿੱਚ ਹੋ ਰਹੀ ਆ। ਹੋ ਸਕਦਾ ਤੁਹਾਨੂੰ ਕਿਸੇ ਵੱਖਰੇ ਕਿਸਮ ਦੇ ਲਾਲਚ ਦਿੱਤੇ ਜਾਣ ਜਾਂ ਹੋਰ ਇਦਾਂ ਦਾ ਕੁਝ ਹੋਵੇ। ਇੱਕ ਹੋਰ ਮੈਂ ਦੱਸਦਾ, ਮੈਂ ਇੱਥੇ ਆ ਮੇਰੇ ਮੰਨ ਲਓ ਇੱਥੇ 13 ਏਕੜ ਦਾ ਬਲੌਕ ਆ। ਉਹਨਾਂ ਨੇ ਮੈਨੂੰ ਕਿਹਾ ਵੀ ਇਹਦੇ 'ਚ ਡ੍ਰਿਪ ਇਰੀਗੇਸ਼ਨ ਪਾ ਦੇ। ਪਹਿਲਾਂ ਇਹਦੇ ਵਿੱਚ ਸਪ੍ਰਿੰਕਲੇ ਸੀ, ਉਹਦੇ 'ਚ ਕਹਿੰਦੇ ਤੇਰਾ ਪਾਣੀ ਵੇਸਟ ਹੁੰਦਾ। ਤੂੰ ਸਾਨੂੰ ਇਹ ਕਰ, ਤੂੰ ਸਾਨੂੰ ਜਿੰਨਾ ਪਾਣੀ ਬਚੂਗਾ, ਮੰਨ ਲਓ ਪਹਿਲਾਂ 30 ਮੈਗਾਲੀਟਰ ਲੱਗਦਾ ਸੀ, ਹੁਣ 20 ਮੈਗਾਲੀਟਰ ਲੱਗੂਗਾ, ਤਾਂ 10 ਮੈਗਾਲੀਟਰ ਪਾਣੀ ਹੈ ਜਿਹੜਾ ਸਰਕਾਰ ਨੂੰ ਵਾਪਸ ਕਰ ਦਿਓ। ਮਾਰਕੀਟ 'ਚ ਉਸ ਟਾਈਮ ਪਾਣੀ ਦਾ ਮੁੱਲ ਸੀ $3000 ਨੂੰ, ਉਹ ਕਹਿੰਦੇ ਅਸੀਂ $5500 ਦਿੰਦੇ ਹਾਂ, ਤੇ ਤੇਰਾ ਖਰਚਾ ਵੀ ਨਿਕਲੂ, ਤੇਰਾ ਫ੍ਰੀ 'ਚ ਡ੍ਰਿਪ ਪੈ ਜਾਣਗੇ, ਤੇਰਾ ਪਾਣੀ ਵੀ ਬਚ ਜੂਗਾ। ਮੈਨੂੰ ਇੱਦਾਂ ਉਹਨਾਂ ਨੇ ਜਾਲ 'ਚ ਬੁਣਿਆ ਵੀ ਮੈਂ 10 ਮੈਗਾਲੀਟਰ ਪਾਣੀ ਦੇ ਕੇ ਆਪਦਾ ਸਿਸਟਮ ਅਪਗ੍ਰੇਡ ਕਰ ਲਿਆ, ਹੋਰ ਕਰ ਲਿਆ, ਮੈਂ ਖੁਸ਼ ਹੋ ਗਿਆ ਵੀ ਮੇਰਾ ਲੱਗਿਆ ਕੁਛ ਨਹੀਂ। ਪਰ ਐਂਡ ਆਫ ਦ ਡੇ ਮੈਂ 10 ਮੈਗਾਲੀਟਰ ਪਾਣੀ ਗਵਾ ਲਿਆ ਆਪਦਾ, ਜਿਹੜਾ ਕਿ ਮੈਨੂੰ ਹੁਣ ਚਾਹੀਦਾ ਸੀ, ਹੁਣ ਲੋੜ ਸੀ। ਮੈਂ ਇੱਥੇ ਸਬਜ਼ੀ ਬੀਜਣੀ ਚਾਹੁੰਦਾ ਸੀ, ਹੋਰ ਕਰਨੀ ਚਾਹੁੰਦਾ ਸੀ, ਮੈਨੂੰ ਲੋੜ ਸੀ। ਸੋ ਮੈਂ ਫੇਰ ਲਾਲਚ 'ਚ ਆ ਗਿਆ ਤੇ ਮੈਨੂੰ ਦੇਣਾ ਪਿਆ। ਕਾਰਨ ਕੀ ਸੀ, ਉਹ ਪਾਣੀ ਲੈ ਕੇ ਉਹਨਾਂ ਨੇ ਵੱਡੀਆਂ ਕੰਪਨੀਆਂ ਨੂੰ ਦੇਣਾ ਸੀ। ਸੋ ਇਹੀ ਚੀਜ਼ਾਂ ਜਿਹੜੀਆਂ ਸਟੈਪ ਬਾਈ ਸਟੈਪ ਚੱਲਦੀਆਂ ਆ ਰਹੀਆਂ। ਪਰ ਹੁਣ ਦੂਜੇ ਪਾਸੇ ਦੱਸੀਏ ਤਾਂ ਤੋੜ ਦੱਸੀਏ, ਇਹਦੇ ਤੋੜ ਵੀ ਹੈਗੇ ਆ। ਜਿੱਥੇ ਮੈਂ ਆਸਟ੍ਰੇਲੀਆ 'ਚ ਦੇਖਿਆ ਜਿੰਨੇ ਕੁ, ਉਹ ਤੋੜ ਕੀਤੇ ਹੋਏ ਆ ਲੋਕਾਂ ਨੇ। ਉਹ ਤੋੜ ਖਾਸ ਕਰਕੇ ਜੇ ਮੈਂ ਇੱਕ ਫਰਮ ਦਾ ਨਾਂ ਇੱਥੇ ਲਊਂਗਾ, ਉਹ ਹੈਗਾ ਔਜ਼ਬੈਰੀ। ਤੇ ਉਸ ਫਰਮ ਦਾ ਮੈਂ ਨਾਂ ਤਾਂ ਲੈ ਰਿਹਾ, ਉਸ ਦੇ ਵਿੱਚ ਵੱਡਾ ਹਿੱਸਾ ਪੰਜਾਬੀਆਂ ਦਾ। ਉਹਦਾ 80% ਜਿਹੜੇ ਗਰੋਰ ਆ ਉਸ ਔਜ਼ਬੈਰੀ ਕੰਪਨੀ ਦੇ, ਇੱਕ ਅਦਾਰਾ ਔਜ਼ਬੈਰੀ, ਉਹਦੇ 80% ਗਰੋਅਰ ਪੰਜਾਬੀ ਆ। ਉਹ ਬਲਗੂਲੀਏ ਏਰੀਏ 'ਚ ਆ ਜੀ। ਮੈਂ ਪਹਿਲਾਂ ਵੀ ਇੱਕ ਐਪੀਸੋਡ 'ਚ ਮੈਂ ਤੇ ਅਮਨਦੀਪ ਹੋਰਾਂ ਨੇ ਇਸ ਵਿਸ਼ੇ 'ਤੇ ਗੱਲ ਕੀਤੀ ਸੀ। ਉਹਨਾਂ ਦਾ ਸਿਸਟਮ ਇਹ ਆ ਵੀ ਉਹਨਾਂ ਨੇ ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ ਇੱਕ ਆਪਦਾ ਅਦਾਰਾ ਬਣਾ ਲਿਆ, ਅਤੇ ਉਹ ਆਪਦੀ ਬੇਰੀ ਸਾਰੀ ਤੋੜ ਕੇ ਆਪਦਾ ਪੈਕਿੰਗ ਸ਼ੈੱਡ ਆਪ ਪੈਕ ਕਰਕੇ ਆਪ ਮਾਰਕੀਟ 'ਚ ਜਾਂਦੇ ਆ ਅਤੇ ਆਪ ਉਹਦਾ ਮੁੱਲ ਰੱਖਦੇ ਆ। ਦੁਨੀਆ ਦੇ ਵਿੱਚ ਮੈਨੂੰ ਲੱਗਦਾ ਨਵੇਕਲੇ ਕਿਸਮ ਦਾ ਅਦਾਰਾ ਜਿਹੜਾ ਕਿ ਆਪਣੀ ਫਸਲ ਦਾ ਮੁੱਲ ਆਪ ਤੈਅ ਕਰਦਾ। ਅਤੇ ਉਹਨਾਂ ਦੀ ਉਹ ਯੂਨਿਟੀ ਸੀ, ਜਿਹੜੀ ਉਹ ਯੂਨਿਟੀ ਆ ਉਹਨਾਂ ਦੀ, ਉਸ ਯੂਨਿਟੀ ਨੇ ਇੱਕ ਕਮਾਲ ਕੀਤੀ ਵੀ ਵੱਡੀਆਂ ਕੰਪਨੀਆਂ ਨੂੰ ਭੁੰਜੇ ਲਾਤਾ। ਇੱਕ ਹੋਰ ਉੱਥੇ ਵੀ ਕੈਨੇਡੀਅਨ ਕੰਪਨੀ ਨੇ ਬਹੁਤ ਵੱਡਾ ਇੱਕ ਫਾਰਮ ਸਟਾਰਟ ਕੀਤਾ, ਪਰ ਉਹ ਪਿਛਲੇ ਦਿਨੀ ਸੇਲ 'ਤੇ ਆਇਆ ਪਿਆ ਕਿਉਂਕਿ ਉਹ ਚੱਲ ਨਹੀਂ ਸਕਿਆ, ਔਜ਼ਬੈਰੀ ਨਾਲ ਮੁਕਾਬਲਾ ਨਹੀਂ ਕਰ ਸਕਿਆ। ਸੋ ਇਹ ਤੋੜ
ਕੱਢੇ ਜਾ ਸਕਦੇ ਆ ਜੇ ਅਸੀਂ ਸਰਕਾਰਾਂ ਨੂੰ ਕਹੀਏ ਵੀ ਤੁਸੀਂ ਮਲਟੀ ਕੰਪਨੀਆਂ ਦੀ ਥਾਂ ਤੇ ਅਸੀਂ ਇਕੱਠੇ ਹੋ ਕੇ ਕਰਦੇ ਹਾਂ, ਅਸੀਂ ਕੋਆਪਰੇਟਿਵ ਅਦਾਰੇ ਬਣਾ ਕੇ ਅਸੀਂ ਕਰਦੇ ਹਾਂ ਖੇਤੀ, ਤੇ ਅਸੀਂ ਇਹ ਮਾਰਕੀਟ ਦਾ ਸਾਰਾ ਕੁਝ ਅਸੀਂ ਸਾਂਭ ਲਾਂਗੇ। ਪਰ ਇਹ ਕਾਫੀ ਔਖਾ ਤੇ ਦੂਰ ਦਾ ਕੰਮ ਆ, ਕਿਉਂਕਿ ਸਾਡੇ 'ਚ ਪ੍ਰੋਬਲਮ ਹੈ ਵੀ ਅਸੀਂ ਲਾ ਕੇ ਤਾਂ 2 ਜਣੇ ਨਹੀਂ ਖਾਂਦੇ, ਤੇ ਸਾਰੇ ਇਕੱਠੇ ਹੋਣਾ ਤਾਂ ਅਸੰਭਵ ਆ। ਭਾਵੇਂ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਬਹੁਤ ਜ਼ੋਰ ਪਾਇਆ ਵੀ ਇਕੱਠੇ ਹੋ ਭਾਈ, ਰਲ ਮਿਲ ਇਕੱਤਰ ਹੋਣ ਦੀ ਗੱਲ ਕੀਤੀ ਆ, ਪਰ ਅਫਸੋਸ ਆ ਜੀ ਅਸੀਂ ਹੋ ਨਹੀਂ ਰਹੇ। ਤੇ ਉਸੇ ਚੀਜ਼ ਦਾ ਫਾਇਦਾ ਜਿਹੜੀਆਂ ਸਰਕਾਰਾਂ ਉਠਾ ਰਹੀਆਂ। ਤੇ ਹੁਣ ਅੱਜ ਜੇ ਅਸੀਂ ਜ਼ਿਮੀਂਦਾਰ ਸੜਕਾਂ ਤੇ ਆ, ਜ਼ਿਮੀਂਦਾਰ ਇਸ ਚੀਜ਼ ਲਈ ਦਿਨ ਰਾਤ ਇੱਕ ਕਰ ਰਿਹਾ, ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਰ ਬੰਦਾ ਜ਼ਿਮੀਂਦਾਰ ਦੇ ਨਾਲ ਖੜਾ, ਦਿਲੋਂ ਖੜਾ, ਤੇ ਚਾਹੇ ਉਹ ਕੋਈ ਵੱਡੇ ਵੱਡੇ ਲੋਕ ਆ, ਵੱਡੇ ਵੱਡੇ ਸਟਾਰ ਆ, ਕੁਛ ਵੀ ਉਹ ਬੋਲ ਰਹੇ ਆ, ਚੰਗਾ ਲੱਗਦਾ ਵੀ ਚਲੋ ਸਾਥ ਦੇ ਰਹੇ ਆ। ਪਰ ਮੈਨੂੰ ਇੱਥੇ ਇੱਕ ਹੋਰ ਵੀ ਗੱਲ ਮੇਰਾ ਮੰਨਣਾ ਜਾਂ ਮੈਂ ਕਹਿਣਾ ਚਾਹੂੰਗਾ ਵੀ ਅਸੀਂ ਇੱਕ ਪ੍ਰੋਪਰ ਵੇ ਜਾਈਏ, ਇੱਕ ਅਸੀਂ ਸਹੀ ਰਸਤਾ ਚੁਣੀਏ ਜਿਹਦੇ ਨਾਲ ਕਿ ਅਸੀਂ ਇਸ ਵੱਡੇ ਜਿਹੜਾ ਸਾਡੇ ਤੇ ਹਮਲਾ ਹੋਇਆ, ਇਸ ਹਮਲੇ ਦਾ ਮੁਕਾਬਲਾ ਕਰ ਸਕੀਏ। ਇਕੱਲੇ ਸੜਕਾਂ ਤੇ ਬੈਠ ਕੇ ਕਿਸੇ ਦਾ ਘਰਾਓ ਕਰਕੇ, ਨਾਅਰੇ ਲਾ ਕੇ, ਜਾਂ ਉੱਥੇ ਡਾਂਗਾਂ ਖਾ ਕੇ ਜਾਂ ਖੁਦਕੁਸ਼ੀਆਂ ਕਰਕੇ ਇਸ ਮਸਲੇ ਦਾ ਹੱਲ ਨਹੀਂ ਹੋਣ ਜਾਣ ਲੱਗਿਆ, ਕਿਉਂਕਿ ਸਰਕਾਰਾਂ ਬਹੁਤ ਜ਼ਿਆਦਾ ਜ਼ਾਲਮ ਹੁੰਦੀਆਂ। ਇਹਨਾਂ ਨੂੰ ਤਾਂ ਇਹਨਾਂ ਦਾ ਤਾਂ ਸਕੇ ਭਰਾ ਪਿਓ ਨਹੀਂ ਕੋਈ ਹੁੰਦਾ, ਸੋ ਅਸੀਂ ਕੌਣ ਆ। ਸੋ ਬਿਹਤਰ ਆਈਡੀਆ ਇਹ ਵੀ ਜਾਰੀ ਰੱਖੀ ਐਜੀਟੇਸ਼ਨ, ਵੀ ਦਿਖਾਈਏ ਦੁਨੀਆ ਨੂੰ ਵੀ ਅਸੀਂ ਕਿਵੇਂ ਦੁਖੀ ਹਾਂ, ਪਰ ਨਾਲ ਸਾਨੂੰ ਲੀਗਲ ਐਡਵਾਈਸ ਲੈਣੀ ਚਾਹੀਦੀ ਹੈ। ਸਾਨੂੰ ਕਾਨੂੰਨਨ ਤੌਰ ਤੇ ਬਹੁਤ ਲੋਕ ਮੂਹਰੇ ਆਏ ਆ ਤੇ ਆਉਣਗੇ ਵੀ ਜਿਹੜੀ ਸਾਡੀ ਹੈਲਪ ਕਰ ਸਕਦੇ ਆ। ਤੇ ਅੱਜ ਹੀ ਮੈਂ ਦੇਖ ਰਿਹਾ ਸੀ ਇਸ ਚੀਜ਼ ਦੇ ਉੱਤੇ ਕਾਫੀ ਮੈਂ ਆਰਟੀਕਲਸ ਪੜ੍ਹੇ, ਤਾਂ ਉਹਦੇ 'ਚ ਇੱਕ ਗੱਲ ਇਹ ਨਿਕਲ ਕੇ ਆ ਰਹੀ ਸੀ ਵੀ ਲੀਗਲੀ ਹਰ ਪਿੰਡ ਦੀ ਪੰਚਾਇਤ ਕੋਲ ਇੱਕ ਰਾਈਟ ਆ, ਜਿਹੜਾ ਕਿ ਲੋਕ ਸਭਾ ਜਾਂ ਸੰਸਦ ਦੇ ਵਿੱਚੋਂ ਪਾਸ ਹੋਇਆ, ਲੋਕ ਸਭਾ ਤੇ ਰਾਜ ਸਭਾ ਜਾਂ ਕੋਈ ਵੀ ਇੰਡੀਆ ਦਾ ਕਾਨੂੰਨ ਪਾਸ ਹੋਏ ਦੇ ਅਗੇਂਸਟ ਆਪਣਾ ਜਿਹੜਾ ਵਿਰੋਧ ਜਤਾ ਸਕੇ ਜਾਂ ਆਪਦਾ ਦਰਜ ਕਰਵਾ ਸਕੇ ਵੀ ਹਾਂ ਅਸੀਂ ਇਸ ਤੇ ਉਲਟ ਹੈ ਇਸ ਆਰਡੀਨੈਂਸ ਤੇ। ਸੋ ਆਪਣੇ ਤਾਂ 12,600 ਪਿੰਡ ਇਕੱਲੇ ਪੰਜਾਬ ਦੇ ਆ, ਪ੍ਰਭਾਵਿਤ ਹਰਿਆਣਾ ਵੀ ਹੋਇਆ, ਪ੍ਰਭਾਵਿਤ ਰਾਜਸਥਾਨ ਦਾ ਵੀ ਕੁਛ ਹਿੱਸਾ ਹੋਇਆ, ਬਾਕੀ ਸਟੇਟਾਂ 'ਚ ਤਾਂ ਹਜੇ ਚਲੋ ਪਹਿਲਾਂ ਹੀ ਇਹੋ ਜਿਹਾ ਕੁਛ ਸੀਗਾ ਤੇ ਉਹਨਾਂ ਦੀ ਹਾਲਤ ਵੀ ਹੋਈ ਸੀ। ਸੋ ਕਿਉਂ ਨਾ ਅਸੀਂ ਰਲ ਮਿਲ ਕੇ ਇੱਕ ਵੱਡੇ ਪੱਧਰ ਦੀ ਸਾਰੀਆਂ ਪੰਚਾਇਤਾਂ ਵੱਲੋਂ ਇੱਕ ਲੀਗਲ ਰਾਸ਼ਟਰਪਤੀ ਨੂੰ ਪਟੀਸ਼ਨ ਵੀ ਪਾਈਏ, ਸੁਪਰੀਮ ਕੋਰਟ ਦੇ ਵਿੱਚ ਲੀਗਲ ਕੇਸ ਵੀ ਕਰੀਏ, ਤੇ ਇਸ ਆਰਡੀਨੈਂਸ ਤੇ ਅੱਜ ਦੀ ਘੜੀ ਜੇ ਅਸੀਂ ਸਟੇ ਵੀ ਲਿਆਈਏ, ਇਹ ਵੀ ਜਿੱਤ ਹੋਊਗੀ ਸਾਡੀ। ਕਿਉਂਕਿ ਇੰਨਾ ਕੁ ਤਾਂ ਤੈਅ ਆ, ਜੇ ਸਾਡੇ 'ਚ ਮਾੜੀ ਜਿਹੀ ਵੀ ਜ਼ਮੀਰ ਜਾਗਦੀ ਹੋਈ, ਨਿੱਕੀ ਜਿਹੀ ਵੀ, ਚਾਹੇ ਉਹ ਜੰਮੂ ਕਸ਼ਮੀਰ ਦੇ ਲੋਕਾਂ 'ਚ, ਚਾਹੇ ਉਹ ਪੰਜਾਬ ਦੇ ਲੋਕਾਂ 'ਚ, ਜਿੱਥੇ ਜਿੱਥੇ ਧੱਕਾ ਹੋਇਆ ਬੀਜੇਪੀ ਸਰਕਾਰ ਦੌਰਾਨ, ਜੇ ਸਾਡੇ 'ਚ ਨਿੱਕੀ ਜਿਹੀ ਵੀ ਜ਼ਮੀਰ ਜਾਗਦੀ ਹੋਊਗੀ, ਮੁੜ ਕੇ ਇੱਦਾਂ ਤਾਂ ਅਸੀਂ ਬਹੁਮਤ ਦੇਣ ਨਹੀਂ ਲੱਗੇ ਕਿਸੇ ਨੂੰ, ਮੈਨੂੰ ਨਹੀਂ ਲੱਗਦਾ ਦੇਵਾਂਗੇ। ਕਿਉਂਕਿ ਸਿਆਣੇ ਤਾਂ ਸਾਨੂੰ ਪਹਿਲਾਂ ਹੋਣਾ ਚਾਹੀਦਾ ਸੀ, ਪਰ ਹੁਣ ਅਸੀਂ ਠੇਡਾ ਖਾ ਲਿਆ, ਤੇ ਅਸੀਂ ਹੁਣ ਵੀ ਸਿਆਣੇ ਹੋ ਜਾਈਏ ਤਾਂ ਜ਼ਿਆਦਾ ਚੰਗਾ। ਐਡਾ ਵੱਡਾ ਬਹੁਮਤ ਦੇ ਕੇ ਉਹਦੇ ਨਤੀਜੇ ਅਸੀਂ ਭੁਗਤ ਰਹੇ ਹਾਂ, ਤੇ ਹਜੇ ਪਤਾ ਨਹੀਂ ਕੀ ਕੁਝ ਭੁਗਤਾਂਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਜੇ ਅਸੀਂ ਦੇਖਾਂਗੇ ਜਾਂ ਰਲਾ ਕੇ ਚੱਲਾਂਗੇ, ਫੇਰ ਹੀ ਸ਼ਾਇਦ ਇਸ ਮੋਰਚੇ ਨੂੰ ਜਿੱਤ ਸਕਾਂਗੇ। ਇਕੱਲੇ ਨਾਅਰੇ ਮੁਜ਼ਾਹਰਿਆਂ ਨਾਲੇ ਮੋਰਚਾ ਨਹੀਂ ਜਿੱਤਿਆ ਜਾਣਾ, ਉਹ ਤਾਂ ਥੋੜ੍ਹੀਆਂ ਬਹੁਤ ਖਬਰਾਂ ਬਣਨੀਆਂ, ਕਿਉਂਕਿ ਖਬਰਾਂ ਵੀ ਥੋੜ੍ਹੀਆਂ ਬਣਨੀਆਂ। ਮੀਡੀਆ ਤਾਂ ਤੁਹਾਨੂੰ ਪਤਾ ਹੀ ਆ, ਮੀਡੀਆ ਤਾਂ ਜ਼ੋਰ ਲਾਈ ਜਾਂਦਾ, ਆਪਦੇ ਹੋਰ ਪਾਸੇ ਸਾਡਾ ਧਿਆਨ ਲਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ, ਨੀਚ ਤੋਂ ਗਿਰੀਆਂ ਹਰਕਤਾਂ ਕਰ ਰਿਹਾ। ਮਾਫੀ ਚਾਹੁੰਦਾ ਇਹ ਸ਼ਬਦਾਂ ਲਈ, ਪਰ ਇਹ ਸੱਚ ਆ, ਇਹ ਝੂਠ ਨਹੀਂ ਹੈ। ਇਸ ਸਮੇਂ ਦਾ ਜਿਹੜਾ ਮੀਡੀਆ ਉਹ ਵਾਕਿਆ ਹੀ ਗੋਦੀ ਮੀਡੀਆ ਕਹਾਉਣ ਦਾ ਲਾਇਕ ਆ, ਵਾਕਿਆ ਹੀ ਵਿਕਿਆ ਹੋਇਆ ਮੀਡੀਆ। ਬਹੁਤ ਰੇਅਰ ਰਹਿ ਗਏ, 2-4 ਬੰਦੇ ਰਹਿ ਗਏ ਜਿਹੜੇ ਬੋਲ ਰਹੇ ਆ ਨੈਸ਼ਨਲ ਮੀਡੀਆ 'ਤੇ। ਜੇ ਮੈਂ ਗੱਲ ਕਰਾਂ, ਜਿਹੜੇ ਜ਼ਿਮੀਂਦਾਰ ਦੀ ਵੀਡੀਓ ਦਿਖਾ ਰਹੇ ਆ, ਜ਼ਿਮੀਂਦਾਰ ਦੇ ਹੱਕ ਦੀ ਗੱਲ ਕਰ ਰਹੇ ਆ, ਜ਼ਿਆਦਾਤਰ ਤਾਂ ਉਹ ਚੀਜ਼ਾਂ ਦਿਖਾ ਹੀ ਨਹੀਂ ਰਹੇ ਵੀ ਕਿੱਥੇ ਕੀ ਹੋ ਰਿਹਾ। ਜਿਹੜਾ ਜ਼ਿਮੀਂਦਾਰ ਇਸ ਟਾਈਮ ਸੜਕਾਂ 'ਤੇ ਬੈਠਾ, ਕਿੰਨੀਆਂ ਕੁ ਉਹਦੀਆਂ ਵੀਡੀਓ ਆਉਂਦੀਆਂ, ਜੇ ਤੁਸੀਂ WhatsApp ਜਾਂ ਆਪਣੇ ਸੋਰਸਿਸ ਛੱਡ ਦਈਏ ਸਾਡੇ ਸੋਸ਼ਲ ਮੀਡੀਆ ਦੇ, ਤਾਂ ਤੁਸੀਂ ਦੇਖ ਲਓ ਕਿਹੜਾ ਚੈਨਲ ਆ ਜਿਹੜਾ ਤੁਹਾਡੇ ਮਗਰ ਕੈਮਰੇ ਲਈ ਤੁਰਿਆ ਫਿਰਦਾ। ਹਾਂ, ਕੁਛ ਊਲ ਜਲੂਲ ਗੱਲ ਹੁੰਦੀ ਤਾਂ ਜ਼ਰੂਰ ਜਾਣਾ ਸੀ ਇਹਨਾਂ ਨੇ, ਜਾਂ ਸਰਕਾਰੀ ਕੋਈ ਹਾਜ਼ਰੀ ਭਰਨੀ ਹੁੰਦੀ ਤਾਂ ਜ਼ਰੂਰ ਜਾਣਾ ਸੀ। ਸੋ ਆਪਾਂ ਹੀ ਸਟਰੋਂਗ ਹੋਈਏ, ਆਪਾਂ ਹੀ ਆਪਦਾ ਸੋਸ਼ਲ ਮੀਡੀਆ ਵਰਤੀਏ, ਆਪਾਂ ਹੀ ਆਪਦੇ ਸੋਰਸਿਸ ਵਰਤੀਏ, ਆਪਾਂ ਹੀ ਕਾਨੂੰਨੀ ਮਾਰ ਬਣੀਏ, ਕਾਨੂੰਨ ਦੀ ਰਾਏ ਲਈਏ, ਤੇ ਆਪਾਂ ਹੀ ਦਿਖਾਈਏ ਵੀ ਹਾਂ ਅਸੀਂ ਇੱਕ ਹਾਂ। ਕਿਉਂਕਿ ਇਹ ਸਾਨੂੰ ਫੁੱਟ ਪਾ ਕੇ, ਸਾਨੂੰ ਤੋੜ ਕੇ, ਪਾਰਟੀਆਂ 'ਚ ਵੰਡ ਕੇ, ਮਜ਼ਹਬਾਂ 'ਚ ਵੰਡ ਕੇ, ਤੇ ਸਾਰਾ ਕੁਝ ਸਾਡੇ 'ਤੇ ਥੋਪੀ ਜਾਂਦੇ ਆ। ਸੋ ਆਸਟ੍ਰੇਲੀਆ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਮੈਂ ਕਰਨੀਆਂ ਚਾਹੁੰਦਾ, ਪਰ ਵੀਡੀਓ ਲੰਮੀ ਹੋ ਜੂਗੀ। ਅੱਜ ਮੈਨੂੰ ਇੱਥੇ ਹੀ ਇਜਾਜ਼ਤ ਦਿਓ, ਪਰ ਜੇ ਕਦੇ ਵੀ ਕਿਸੇ ਵੀ ਗੱਲ ਦੇ ਵਿੱਚ ਕੋਈ ਵੀ ਚੀਜ਼ ਲਈ ਅਸੀਂ ਕੰਮ ਆ ਸਕੀਏ,
ਤਾਂ ਸਾਨੂੰ ਬੜੀ ਖੁਸ਼ੀ ਹੋਊਗੀ। ਅਸੀਂ ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਦਿਨ ਰਾਤ ਚਿੰਤਤ ਹਾਂ ਜੀ ਤੁਹਾਡੇ ਲਈ। ਤੇ ਕੋਈ ਵੀ ਕੰਮ, ਜੇ ਕੋਈ ਵੀ ਮੀਡੀਆ ਤੁਹਾਡੀ ਗੱਲ ਕਿਤੇ ਤੱਕ ਨਹੀਂ ਲਿਜਾਂਦਾ ਜਾਂ ਗੱਲ ਨਹੀਂ ਕਰਦਾ, ਜਿੰਨੇ ਕੁ ਸਾਡੇ ਸੋਰਸਸ ਆ ਅਸੀਂ ਜ਼ਰੂਰ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਨਾਲ, ਸਾਡਾ ਨੰਬਰ YouTube ਤੋਂ ਲੈ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਕੋਈ ਵੀ ਕਿੱਡਾ ਵੀ ਰਿਸਕ ਆ ਇਹ ਜ਼ਿਮੀਂਦਾਰ ਦੇ ਲਈ ਲੈਣ ਨੂੰ ਤਿਆਰ ਹਾਂ, ਚਾਹੇ ਸਾਨੂੰ ਕਿਤੇ ਵੀ ਭੁਗਤਣਾ ਪਵੇ। ਸੋ ਇੰਨੇ ਸ਼ਬਦਾਂ ਨਾਲ ਮੈਂ ਜੈ ਕਿਸਾਨ ਦਾ ਨਾਅਰਾ ਲਾਉਂਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਮੰਗਦਾ। ਪਰ ਹਾਂ, ਇਜਾਜ਼ਤ ਤੇ ਕੋਈ ਇਹ ਵੀਡੀਓ ਫਿਨਿਸ਼ ਕਰਨ ਦੀ ਆ, ਪਰ ਮੈਂ ਤੁਹਾਡੇ ਨਾਲ ਆ, ਸਾਡੀ ਸਾਰੀ ਟੀਮ ਤੁਹਾਡੇ ਨਾਲ ਆ ਤੇ ਉਮੀਦ ਕਰਦੇ ਹਾਂ ਅਸੀਂ ਜਿੱਤ ਕੇ ਬਾਹਰ ਆਵਾਂਗੇ ਤੇ ਕਿਸਾਨ ਦੀ ਵਾਕਈ ਹੀ ਜਿੱਤ ਹੋਊਗੀ। ਸਤਿ ਸ਼੍ਰੀ ਅਕਾਲ ਜੀ।